ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਸਟ ਨੋਟਸ। ਆਪਾਂ ਪੜ੍ਹ ਰਹੇ ਹਾਂ ਏਂਸ਼ੀਅੰਟ ਹਿਸਟਰੀ ਦੇ ਵਿੱਚ ਚੈਪਟਰ 4 ਜਿਹਦਾ ਨੇਮ ਹੈ ਦ ਮੌਰਿਆਸ ਜਾਣੀ ਕਿ ਮੌਰਿਆ ਵੰਸ਼। ਇਹ ਤੋਂ ਪਹਿਲਾਂ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ, ਵੈਦਿਕ ਏਜ, ਜੈਨਿਜ਼ਮ ਐਂਡ ਬੁੱਧਿਜ਼ਮ ਨੂੰ ਕਵਰ ਕਰ ਚੁੱਕੇ ਹਾਂ। ਇੰਟਰੋਡਕਸ਼ਨ ਦੇਖਾਂਗੇ। ਇਨ 6th ਸੈਂਚੁਰੀ 6ਵੀਂ ਸਦੀ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਸਾਰੇ ਧਰਮਾਂ ਦਾ ਜਨਮ ਹੋਇਆ, ਜਿਹਦੇ ਵਿੱਚੋਂ ਜੈਨਿਜ਼ਮ ਐਂਡ ਬੁੱਧਿਜ਼ਮ ਸਭ ਤੋਂ ਜ਼ਿਆਦਾ ਫੇਮਸ ਹੋਇਆ। ਤੇ ਉਹੀ ਸਮੇਂ ਦੇ ਵਿੱਚ ਜੋ ਭਾਰਤ ਸੀ ਉਹ ਛੋਟੇ-ਛੋਟੇ ਰਾਜਾਂ ਦੇ ਵਿੱਚ ਵੰਡਿਆ ਗਿਆ, ਡਿਵਾਈਡ ਹੋ ਚੁੱਕਿਆ ਸੀ। ਦੇ ਵਰ ਮਿਊਚੁਅਲ ਫਾਈਟਸ ਬਿਟਵੀਨ them, ਉਹਨਾਂ ਦੇ ਵਿੱਚ ਆਪਸੀ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ ਤਾਂ ਕਿ ਉਹ ਹੋਰ ਜ਼ਿਆਦਾ ਸ਼ਕਤੀਆਂ ਪ੍ਰਾਪਤ ਕਰ ਸਕਣ, ਜਿਸ ਦੇ ਕਰਕੇ ਉਹ ਕਮਜ਼ੋਰ ਹੁੰਦੇ ਜਾ ਰਹੇ ਸੀ ਕਿਉਂਕਿ ਉਹ ਆਪਸ ਦੇ ਵਿੱਚ ਹੀ ਆਪਣੀ ਜਿਹੜੀ ਪਾਵਰ ਸੀ, ਅਵੇਲੇਬਲ ਪਾਵਰ ਸੀ, ਉਹਨੂੰ ਹੀ ਡਿਕਰੀਜ਼ ਕਰੀ ਜਾ ਰਹੇ ਸੀਗੇ। The kingdoms of ਗੰਧਾਰ, ਕੰਬੋਜ ਐਂਡ ਮਦੁਰਾ were prominent। ਜੋ ਇਹ ਰਾਜ ਸੀ ਇਹ ਪ੍ਰਮੁੱਖ ਰਾਜ ਸੀਗੇ। These kingdoms could be easily attacked through ਹਿੰਦੂ ਕੁਸ਼ passes। ਜਿਹੜੇ ਇਹ ਰਾਜ ਸੀ ਇਹਨਾਂ ਨੂੰ ਹਿੰਦੂ ਕੁਸ਼ ਦਰਿਆ ਦੇ ਸਾਈਡ ਵੱਲੋਂ ਈਜ਼ਲੀ ਅਟੈਕ ਕੀਤਾ ਜਾ ਸਕਦਾ ਸੀ, ਇਹਨਾਂ ਤੇ ਹਮਲਾ ਕੀਤਾ ਜਾ ਸਕਦਾ ਸੀ। ਤੇ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਕਾਫੀ ਸਾਰੇ ਈਰਾਨ ਦੇ ਰੂਲਰਸ ਨੇ, ਈਰਾਨ ਦੇ ਸ਼ਾਸਕਾਂ ਨੇ ਇੰਡੀਆ ਦੇ ਉੱਤੇ, ਭਾਰਤ ਦੇ ਉੱਤੇ ਹਮਲਾ ਕੀਤਾ। ਐਟ ਦੈਟ ਟਾਈਮ ਮਤਲਬ ਉਹ ਸਮੇਂ ਦੇ ਉੱਤੇ ਸਾਇਰਸ ਦ ਗ੍ਰੇਟ ਉਸਨੇ ਇੱਕ ਅਕਮੇਨੀਅਮ ਇੰਪਾਇਰ ਇਸਟੈਬਲਿਸ਼ ਕੀਤੀ ਸੀ ਈਰਾਨ ਦੇ ਵਿੱਚ। ਉਹ ਅਕਮੇਨੀਅਮ ਸਾਮਰਾਜ ਦਾ ਸੰਸਥਾਪਕ ਸੀ। ਉਹਦੇ ਰਾਜ ਦੇ ਵਿੱਚ ਉਹਨੇ ਜੋ ਸਿੰਧ ਦੇ ਵੈਸਟ ਏਰੀਆ ਦੇ ਵਿੱਚ ਜਿਹੜੇ ਵੀ ਟ੍ਰਾਈਬਸ ਸੀਗੀਆਂ ਉਹਨਾਂ ਨੂੰ ਹਰਾ ਕੇ ਆਪਣੇ ਅੰਡਰ ਕਰ ਲਿਆ ਸੀ। ਬਟ ਡਿਊ ਟੂ ਹਿਸ ਡੈਥ, ਉਹਦੀ ਮੌਤ ਹੋਣ ਦੇ ਕਾਰਨ ਜਿਹੜਾ ਉਹਦਾ ਸੁਪਨਾ ਸੀ ਇੰਡੀਆ ਨੂੰ ਆਪਣੇ ਅਧੀਨ ਕਰਨ ਦਾ, ਉਹ ਅਧੂਰਾ ਹੀ ਰਹਿ ਚੁੱਕਿਆ ਸੀ। ਸਾਇਰਸ ਤੋਂ ਬਾਅਦ ਆਉਂਦਾ ਆਪਣੇ ਕੋਲ ਡੇਰੀਅਸ 1 ਜੋ ਕਿ ਈਰਾਨ ਦੀ ਗੱਦੀ ਤੇ ਬੈਠਦਾ। ਉਹ ਵੀ ਆਪਣਾ ਜਿਹੜਾ ਕਿੰਗਡਮ ਹੈ, ਆਪਣਾ ਜਿਹੜਾ ਰਾਜ ਹੈ ਉਹਨੂੰ ਐਕਸਪੈਂਡ ਕਰਦਾ, ਉਹਦਾ ਵਿਸਥਾਰ ਕਰਦਾ ਬਾਈ ਕੈਪਚਰਡ ਪੰਜਾਬ ਐਂਡ ਸਿੰਧ। ਉਹ ਭਾਰਤ ਦੇ ਪ੍ਰਮੁੱਖ ਜਿਹੜੇ ਏਰੀਆ ਸੀ ਉਸ ਟਾਈਮ ਦੇ, ਜਿਵੇਂ ਪੰਜਾਬ ਤੇ ਸਿੰਧ, ਉਹਨਾਂ ਨੂੰ ਹਰਾ ਕੇ ਆਪਣੇ ਅੰਡਰ ਕਰਕੇ ਆਪਣੇ ਕਿੰਗਡਮ ਨੂੰ ਐਕਸਪੈਂਡ ਕਰਦਾ। ਇਰਾਨੀਅਨ ਇੰਪਾਇਰ ਜੋ ਵੀ ਇਰਾਨੀ ਸਾਮਰਾਜ ਸੀ ਉਸਨੇ ਭਾਰਤ ਦੇ ਉੱਤੇ 200 ਸਾਲ ਤੱਕ ਰਾਜ ਕੀਤਾ ਸੀ। ਤੇ ਜੋ ਵੀ ਈਰਾਨ ਦੇ ਸ਼ਾਸਕਾਂ ਨੇ ਭਾਰਤ ਉੱਤੇ ਰਾਜ ਕੀਤਾ ਸੀ ਉਹਦਾ ਕੀ ਪ੍ਰਭਾਵ ਪਿਆ ਭਾਰਤ ਉੱਤੇ? ਇੰਪੈਟਸ ਟੂ ਟ੍ਰੇਡ, ਵਪਾਰ ਨੂੰ ਉਤਸ਼ਾਹ। ਇਹ ਫਾਇਦੇਮੰਦ ਹੋਇਆ ਟ੍ਰੇਡਿੰਗ ਦੇ ਲਈ, ਠੀਕ ਹੈ, ਕਿਉਂਕਿ ਜੋ ਈਰਾਨ ਦੇ ਰੂਲਰ ਸੀ ਉਹਨਾਂ ਨੇ ਕਾਫੀ ਸਾਰੀਆਂ ਟੈਕਨੋਲੋਜੀਜ਼ ਨੂੰ ਡਿਵੈਲਪ ਕੀਤਾ ਸੀ, ਟਰਾਂਸਪੋਰਟ ਨੂੰ ਬਹੁਤ ਸੁਧਾਰਿਆ ਸੀ, ਟ੍ਰੇਡਿੰਗ ਸੈਂਟਰਸ ਨੂੰ ਵਧੀਆ ਫੈਸਿਲਿਟੀਜ਼ ਦਿੱਤੀਆਂ ਸੀ। ਇਸ ਲਈ ਜੋ ਵੀ ਇਰਾਨੀਅਨ ਰੂਲਰ ਸੀ ਉਹ ਬਹੁਤ ਹੀ ਪ੍ਰੋਫਿਟੇਬਲ ਰਹੇ ਟ੍ਰੇਡਿੰਗ ਦੇ ਵਾਸਤੇ। ਖਰੋਸ਼ਟੀ ਲਿਪੀ, ਜੋ ਵੀ ਇਰਾਨੀਆਂ ਦੀ ਲਿਪੀ ਸੀ ਜਿਵੇਂ ਕਿ ਖਰੋਸ਼ ਸੀ, ਉਹਦਾ ਭਾਰਤ ਦੇ ਵਿੱਚ ਜਨਮ ਹੋਇਆ, ਸ਼ੁਰੂਆਤ ਹੋਈ ਉਹਦੀ। ਕਲਾ ਐਂਡ ਸੰਸਕ੍ਰਿਤੀ, ਆਰਟ ਐਂਡ ਕਲਚਰ ਵੀ ਡਿਵੈਲਪਡ ਹੋਈ ਕਿਉਂਕਿ ਉਹ ਇੱਕ ਡਿਫਰੈਂਟ ਕਲਚਰ ਦੇ ਆ ਕੇ ਭਾਰਤ ਦੇ ਵਿੱਚ ਰਹਿ ਰਹੇ ਸੀ, ਤਾਂ ਓਬਵੀਅਸ ਹੈ ਜੋ ਵੀ ਉਹਨਾਂ ਦਾ ਕਲਚਰ ਹੈ ਉਹਦਾ ਪ੍ਰਭਾਵ ਤਾਂ ਭਾਰਤ ਦੀ ਸੰਸਕ੍ਰਿਤੀ ਤੇ ਪੈਣਾ ਹੀ ਸੀ। ਕੰਸੈਪਟ ਆਫ ਐਨ ਇੰਪਾਇਰ, ਸਾਮਰਾਜ ਦਾ ਸੰਕਲਪ। ਜੋ ਵੀ ਭਾਰਤ ਦੇ ਵਿੱਚ ਛੋਟੇ-ਛੋਟੇ ਰਾਜ ਵੰਡੇ ਹੋਏ ਸੀ ਉਹਨਾਂ ਦੇ ਵਿੱਚ ਇੱਕ ਸਾਮਰਾਜ ਦੀ ਥਾਟ ਨਹੀਂ ਸੀ, ਤਾਂ ਇੱਕ ਇੰਪਾਇਰ ਨੂੰ ਕ੍ਰੀਏਟ ਕਰਨਾ, ਜੋ ਵੀ ਕੰਸੈਪਟ ਸੀ ਸਾਮਰਾਜ ਦਾ, ਉਹ ਇਰਾਨੀਅਨ ਰੂਲਰਸ ਦੇ ਕੇ ਗਏ ਭਾਰਤ ਨੂੰ। ਐਮਰਜੈਂਸ ਆਫ ਨਿਊ ਕਾਸਟ, ਨਵੀਆਂ ਜਾਤਾਂ ਦਾ ਉਭਰਨਾ, ਠੀਕ ਹੈ, ਨਿਊ ਕਾਸਟ, ਨਵੀਆਂ ਜਾਤਾਂ ਦੀ ਸ਼ੁਰੂਆਤ ਹੋਈ ਭਾਰਤ ਦੇ ਵਿੱਚ ਕਿਉਂਕਿ ਅਲੱਗ-ਅਲੱਗ ਏਰੀਆਜ਼ ਦੇ ਵਿੱਚੋਂ ਲੋਕ ਭਾਰਤ ਦੇ ਵਿੱਚ ਆ ਕੇ ਰਹਿ ਰਹੇ ਸੀ। ਇੰਡੀਆਜ਼ ਪੋਲੀਟੀਕਲ ਵੀਕਨੈਸ ਐਕਸਪੋਜ਼, ਜੋ ਵੀ ਰਾਜਨੀਤਿਕ ਕਮਜ਼ੋਰੀ ਸੀ ਉਸ ਦਾ ਗਿਆਨ ਹੋਇਆ। ਮਤਲਬ ਕਿ ਜੋ ਵੀ ਛੋਟੇ-ਛੋਟੇ ਰਾਜ ਦੇ ਵਿੱਚ ਸੀ ਇੱਥੋਂ ਉਹਨਾਂ ਨੂੰ ਕੀ ਪਤਾ ਲੱਗਿਆ ਵੀ ਉਹਨਾਂ ਦੇ ਵਿੱਚ ਯੂਨਿਟੀ ਨਹੀਂ ਹੈਗੀ, ਠੀਕ ਹੈ, ਉਹਨਾਂ ਦੇ ਵਿੱਚ ਬ੍ਰਦਰਹੁੱਡ, ਫਰੈਂਡਲੀ ਰਿਲੇਸ਼ਨਸ ਨਹੀਂ ਹੈਗੇ, ਤਾਂ ਕਰਕੇ ਭਾਰਤ ਨੂੰ ਆਪਣੇ ਕਬਜ਼ੇ ਦੇ ਵਿੱਚ ਈਜ਼ਲੀ ਲਿਆ ਜਾ ਸਕਦਾ ਸੀ। ਤਾਂ ਉਹਨਾਂ ਨੇ ਪੋਲੀਟੀਕਲ ਵੀਕਨੈਸ ਨੂੰ ਐਕਸਪੋਜ਼ ਕੀਤਾ ਬਾਈ ਸ਼ੋਇੰਗ ਦੇਅਰ ਲੈਕਿੰਗ ਆਫ ਯੂਨਿਟੀ, ਕਿਉਂਕਿ ਜੋ ਵੀ ਗਰੁੱਪਸ ਦੇ ਵਿੱਚ ਸੀਗੇ ਉਹ ਛੋਟੇ-ਛੋਟੇ ਰਾਜ ਸੀ, ਉਹਨਾਂ ਦੇ ਵਿੱਚ ਬਿਲਕੁਲ ਵੀ ਯੂਨਿਟੀ ਨਹੀਂ ਸੀ, ਉਹਨਾਂ ਦੇ ਵਿੱਚ ਆਪਸੀ ਮਤ ਬਿਲਕੁਲ ਵੀ ਮੈਚ ਨਹੀਂ ਸੀ ਕਰਦੀ। ਈਰਾਨੀਆਂ ਦੇ ਹਮਲੇ ਤੋਂ ਬਾਅਦ ਭਾਰਤ ਤੇ ਹਮਲਾ ਕੀਤਾ ਅਲੈਗਜ਼ੈਂਡਰ ਨੇ, ਜਿਹਨੂੰ ਕਿ ਸਿਕੰਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸਨੇ ਭਾਰਤ ਦੇ ਉੱਤੇ 330 BC ਦੇ ਵਿੱਚ ਹਮਲਾ ਕੀਤਾ। ਉਸਨੇ ਇਰਾਨੀਅਨ ਦੇ ਰੂਲਰ ਡੇਰੀਅਸ 3 ਨੂੰ ਹਰਾਇਆ। ਕਿਹੜੀ ਲੜਾਈ ਦੇ ਵਿੱਚ? ਅਰਬੇਲਾ ਦੀ ਲੜਾਈ ਦੇ ਵਿੱਚ। ਤੇ ਇਰਾਨੀਅਨ ਇੰਪਾਇਰ ਦਾ ਐਂਡ ਕੀਤਾ, ਮਤਲਬ ਕਿ ਇਰਾਨੀ ਸਾਮਰਾਜ ਦਾ ਅੰਤ ਕੀਤਾ, ਠੀਕ ਹੈ। ਕਿਸਨੇ ਕੀਤਾ? ਅਲੈਗਜ਼ੈਂਡਰ ਨੇ। ਸਭ ਤੋਂ ਪਹਿਲਾਂ ਭਾਰਤ ਤੇ ਈਰਾਨ ਨੇ ਹਮਲਾ ਕੀਤਾ। ਈਰਾਨ ਤੋਂ ਬਾਅਦ
ਅਲੈਗਜ਼ੈਂਡਰ ਨੇ ਉਹਨਾਂ ਦਾ ਜੋ ਵੀ ਇੰਪਾਇਰ ਸੀ ਉਹਦਾ ਐਂਡ ਕੀਤਾ। ਅਲੈਗਜ਼ੈਂਡਰ ਵਾਸ ਵਨ ਆਫ ਦ ਗ੍ਰੇਟ ਕਨਕੁਰਰਸ ਆਫ ਦ ਵਰਲਡ। ਸਿਕੰਦਰ ਹੈ ਜਿਹੜਾ ਉਹਨੂੰ ਦੁਨੀਆ ਦੇ ਮਹਾਨ ਜੇਤੂਆਂ ਵਿੱਚੋਂ ਮੰਨਿਆ ਜਾਂਦਾ ਹੈ, ਠੀਕ ਹੈ। ਹੀ ਵਾਸ ਗ੍ਰੇਟ ਕਨਕੁਰਰ ਤੇ ਹੀ ਵਾਸ ਦ ਸਨ ਆਫ ਕਿੰਗ ਫਿਲਿਪ, ਤੇ ਉਹ ਕਿੰਗ ਫਿਲਿਪ ਦਾ ਪੁੱਤਰ ਸੀ ਜੋ ਕਿ ਮੈਕਡੋਨੀਆ ਦਾ ਰਾਜਾ ਸੀ। ਐਂਡ ਮੈਕਡੋਨੀਆ ਕਿੱਥੇ ਹੈ? ਗ੍ਰੀਸ ਦੇ ਵਿੱਚ ਸੀ ਉਸ ਟਾਈਮ ਤੇ, ਠੀਕ ਹੈ। ਸੋ ਅਲੈਗਜ਼ੈਂਡਰ ਇੰਡੀਆ ਦੇ ਵਿੱਚ ਕਿੱਥੋਂ ਆਇਆ ਸੀ? ਮੈਕਡੋਨੀਆ ਤੋਂ ਆਇਆ ਸੀ। ਅਲੈਗਜ਼ੈਂਡਰ ਫਰਸਟ ਡਿਫੀਟਡ ਸਮ ਟ੍ਰਾਈਬਸ, ਉਹਨੇ ਪਹਿਲਾਂ ਛੋਟੇ ਛੋਟੇ ਕਬੀਲਿਆਂ ਤੇ ਹਮਲਾ ਕੀਤਾ, ਮਤਲਬ ਕਿ ਨਾਰਥ ਵੈਸਟਰਨ ਰੀਜਨਸ ਤੇ ਜੋ ਵੀ ਕਬੀਲੇ ਰਹਿੰਦੇ ਸੀ, ਠੀਕ ਹੈ, ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਕਬੀਲਿਆਂ ਨੂੰ ਹਰਾਇਆ। ਅੰਬੀ ਦ ਰੂਲਰ ਆਫ ਤਕਸ਼ਸ਼ੀਲਾ, ਅੰਬੀ ਇੱਕ ਰੂਲਰ ਸੀਗਾ ਤਕਸ਼ਸ਼ੀਲਾ ਦਾ, ਉਸਨੇ ਅਲੈਗਜ਼ੈਂਡਰ ਦੇ ਅੱਗੇ ਆਪਣੀ ਅਧੀਨਤਾ ਸੀ ਉਸਨੂੰ ਸਵੀਕਾਰ ਕਰ ਲਿਆ ਸੀ। ਇਸ ਇਵੈਂਟ ਤੋਂ ਬਾਅਦ ਕੀ ਹੁੰਦਾ ਹੈਗਾ? ਇਸ ਇਵੈਂਟ ਤੋਂ ਬਾਅਦ ਜੋ ਸਿਕੰਦਰ ਹੈ ਉਹ ਥੋੜਾ ਪਾਵਰਫੁਲ ਹੋ ਜਾਂਦਾ ਤੇ ਉਹ ਅੱਗੇ ਵੱਧਦਾ ਹੈ। ਹੀ ਅਟੈਕਡ ਦ ਪਾਵਰਫੁਲ ਕਿੰਗਡਮ ਆਫ ਪੋਰਸ ਸਿਚੁਏਟਡ ਬਿਟਵੀਨ ਦ ਝੇਲਮ ਐਂਡ ਚਨਾਬ ਰਿਵਰਸ। ਫਿਰ ਉਹ ਜੋ ਪੋਰਸ ਦਾ ਰਾਜ ਸੀ ਉਹ ਬਹੁਤ ਹੀ ਸ਼ਕਤੀਸ਼ਾਲੀ ਸੀ ਜੋ ਕਿ ਝੇਲਮ ਐਂਡ ਚਨਾਬ ਨਦੀ ਦੇ ਵਿਚਕਾਰ ਸਥਿਤ ਸੀ। ਅਲੈਗਜ਼ੈਂਡਰ ਉਹਦੇ ਰਾਜ ਤੇ ਹਮਲਾ ਕਰਦਾ ਤੇ ਜਿਹਦੇ ਵਿੱਚ ਜਿਹੜਾ ਪੋਰਸ ਹੈ ਉਹ ਹਾਰ ਜਾਂਦਾ ਹੈ। ਪਰ ਪੋਰਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਜੋ ਅਲੈਗਜ਼ੈਂਡਰ ਹੈ ਉਹਦਾ ਜਿੱਤਿਆ ਹੋਇਆ ਕਿੰਗਡਮ ਉਹਨੂੰ ਵਾਪਸ ਕਰ ਦਿੰਦਾ ਹੈ ਤੇ ਇਹ ਲੜਾਈ ਨੂੰ ਬੈਟਲ ਆਫ ਹਾਈਡਸਪਸ ਕਿਹਾ ਜਾਂਦਾ, ਜੋ ਕਿ ਝੇਲਮ ਤੇ ਚਨਾਬ ਨਦੀ ਦੇ ਵਿਚਕਾਰ ਲੜੀ ਗਈ ਸੀ। ਕਿਹਦੇ ਵਿੱਚ? ਪੋਰਸ ਤੇ ਅਲੈਗਜ਼ੈਂਡਰ ਦੇ ਵਿੱਚ। ਜੇਤੂ ਕੌਣ ਰਿਹਾ? ਅਲੈਗਜ਼ੈਂਡਰ, ਜਾਣੀ ਕਿ ਸਿਕੰਦਰ। ਤੇ ਉਹਦੀ ਕਰੇਜ ਨੂੰ ਦੇਖ ਕੇ, ਬਹਾਦਰੀ ਨੂੰ ਦੇਖ ਕੇ ਉਸਨੇ ਉਹਦਾ ਪੂਰਾ ਕਿੰਗਡਮ ਉਹਨੂੰ ਵਾਪਸ ਕਰ ਦਿੱਤਾ। Next, he had to fight hard with a tribe called Kath of Sangala Sialkot। ਕਠ ਨਾਮ ਦਾ ਇੱਕ ਕਬੀਲਾ ਸੀ ਸਿਆਲਕੋਟ, ਇਸ ਦੇ ਨਾਲ ਉਹਨੂੰ ਸਖਤ ਮੁਕਾਬਲਾ ਕਰਨਾ ਪਿਆ। ਬਿਆਸ ਨਦੀ ਨੂੰ ਜਦੋਂ ਉਹ ਕ੍ਰਾਸ ਕਰ ਜਾਂਦਾ ਹੈ, ਬਿਆਸ ਤੋਂ ਪਾਰ ਬਹੁਤ ਹੀ ਸ਼ਕਤੀਸ਼ਾਲੀ ਰਾਜ ਸੀ ਮਗਧ ਦਾ, ਜਿਹਤੇ ਰੂਲ ਕਰਦਾ ਸੀ ਧਨਾਨੰਦ, ਠੀਕ ਹੈ। ਅਲੈਗਜ਼ੈਂਡਰ ਦੀ ਜਿਹੜੀ ਆਰਮੀ ਸੀ ਉਹ ਬਹੁਤ ਹੀ ਵੀਕ ਹੋ ਚੁੱਕੀ ਸੀ ਇੰਨੀਆਂ ਲੜਾਈਆਂ ਲੜ ਕੇ, ਠੀਕ ਹੈ। ਤਾਂ ਕਰਕੇ ਉਹਦੀ ਆਰਮੀ ਸੀ ਜਿਹੜੀ ਹੁਣ ਮਗਧ ਦੇ ਰਾਜ ਦੇ ਨਾਲ ਲੜਨਾ ਨਹੀਂ ਸੀ ਚਾਹੁੰਦੀ, ਕਿਉਂਕਿ ਉਹ ਆਲਰੇਡੀ ਇੰਨੇ ਵੀਕ ਹੋ ਗਏ ਸੀ, ਆਲਰੇਡੀ ਉਹਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਸੀ ਪਹਿਲਾਂ ਵਾਲੀਆਂ ਲੜਾਈਆਂ ਦੇ ਵਿੱਚ। ਸੋ ਉਹ ਰੈਡੀ ਨਹੀਂ ਸੀ ਵੀ ਉਹ ਮਗਧ ਜੋ ਕਿ ਇੱਕ ਪਾਵਰਫੁਲ ਕਿੰਗਡਮ ਹੈ ਉਹਦੇ ਨਾਲ ਲੜਾਈ ਲੜ ਸਕਣ। ਤਾਂ ਕਰਕੇ ਅਲੈਗਜ਼ੈਂਡਰ ਨੂੰ ਵਾਪਸ ਮੁੜਨਾ ਪਿਆ। ਹੀ ਹੈਡ ਟੂ ਰਿਟਰਨ। ਐਟ ਦ ਸੇਮ ਟਾਈਮ ਜਦੋਂ ਉਹ ਵਾਪਸ ਮੁੜ ਰਿਹਾ ਸੀ, ਮੁੱਲ ਕਬੀਲੇ ਦੇ ਲੋਕਾਂ ਨੇ ਜੋ ਕਿ ਇੰਦਸ ਵੈਲੀ ਦੇ ਮਿਡਲ ਦੇ ਵਿੱਚ ਹੀ ਰਹਿੰਦੇ ਸੀ, ਉਹਨਾਂ ਨੇ ਅਲੈਗਜ਼ੈਂਡਰ ਸਿਕੰਦਰ ਉੱਤੇ ਹਮਲਾ ਕਰ ਦਿੱਤਾ ਤੇ ਉਹ ਇਹ ਹਮਲੇ ਦੇ ਵਿੱਚ ਜ਼ਖਮੀ ਹੋ ਗਿਆ, ਇੰਜਰਡ ਹੋ ਗਿਆ। ਐਂਡ ਉਹ 323 ਈਸਾ ਪੂਰਵ ਦੇ ਵਿੱਚ ਉਹਦੀ ਮੌਤ ਹੋ ਗਈ। ਕਿੱਥੇ ਹੋਈ? ਬੇਬੀਲੋਨ, ਬਗਦਦ ਦੇ ਵਿੱਚ, ਠੀਕ ਹੈ। ਸੋ ਇਹ ਸੀ ਸਿਕੰਦਰ ਦੀ ਕਹਾਣੀ। ਫਿਰ ਸ਼ੁਰੂ ਹੁੰਦਾ ਆਪਣੇ ਕੋਲ ਮੌਰਿਆ ਵੰਸ਼, ਜਿਹਦੀ ਸਥਾਪਨਾ ਕਰਦੇ ਨੇ ਚੰਦਰਗੁਪਤ ਮੌਰਿਆ 321 BC ਦੇ ਵਿੱਚ। He founded the Maurya dynasty. Buddhist sources describe that his father was the king of Maurya city. ਜੋ ਬੁੱਧਿਸਟ ਸੋਰਸਿਸ ਨੇ, ਬੁੱਧ ਮਤ ਦੇ ਸਰੋਤ ਨੇ, ਜੋ ਆਪਾਂ ਨੂੰ ਇਹੀ ਦੱਸਦੇ ਨੇ ਵੀ ਜੋ ਚੰਦਰਗੁਪਤ ਮੌਰਿਆ ਦੇ ਪਿਤਾ ਸੀ ਉਹ ਮੌਰਿਆ ਸ਼ਹਿਰ ਦੇ ਰਾਜਾ ਸੀ ਤੇ ਉਹ ਇੱਕ ਲੜਾਈ ਦੇ ਵਿੱਚ ਮਾਰੇ ਗਏ ਸੀ। ਚੰਦਰਗੁਪਤ ਮੌਰਿਆ was brought up by his maternal uncle ਚਨਕਿਆ। ਚਨਕਿਆ ਵੱਲੋਂ ਉਹਨਾਂ ਦੀ ਅਪਬ੍ਰਿੰਗਿੰਗ ਹੋਈ, ਮਤਲਬ ਉਹਨਾਂ ਨੂੰ ਪਾਲਿਆ ਪੋਸਿਆ ਗਿਆ। ਕਿਹਦੇ ਵੱਲੋਂ? ਚਨਕਿਆ ਦੇ ਵੱਲੋਂ। ਤੇ ਉਹਨਾਂ ਨੂੰ ਚੰਦਰਗੁਪਤ ਮੌਰਿਆ ਨੂੰ ਤਕਸ਼ਸ਼ੀਲਾ ਦੇ ਵਿੱਚ ਐਜੂਕੇਸ਼ਨ ਦਿਵਾਈ ਗਈ। ਚੰਦਰਗੁਪਤ ਮੌਰਿਆ ਡਿਫੀਟਡ ਧਨਾਨੰਦ। ਧਨਾਨੰਦ ਕੌਣ ਸੀ? ਨੰਦ ਵੰਸ਼ ਦਾ ਸੰਸਥਾਪਕ ਸੀ ਅਤੇ ਮਗਧ ਦਾ ਰਾਜਾ ਸੀ। ਚੰਦਰਗੁਪਤ ਮੌਰਿਆ ਨੇ ਉਸ ਨੂੰ ਹਰਾ ਕੇ ਆਪਣੇ ਸਮਰਾਜ ਦੀ ਸਥਾਪਨਾ ਕੀਤੀ, ਜਾਣੀ ਕਿ ਮੌਰਿਆ ਇੰਪਾਇਰ ਨੂੰ ਇਸਟੈਬਲਿਸ਼ ਕੀਤਾ। ਕਨਕੁਐਸਟ ਆਫ ਚੰਦਰਗੁਪਤ ਮੌਰਿਆ, ਚੰਦਰਗੁਪਤ ਮੌਰਿਆ ਦੀਆਂ ਜਿੱਤਾਂ। ਕਨਕੁਐਸਟ ਆਫ ਪੰਜਾਬ 322 BC ਦੇ ਵਿੱਚ ਪੰਜਾਬ ਦੀ ਜਿੱਤ ਲਈ। 321 ਦੇ ਵਿੱਚ ਮਗਧ ਨੂੰ ਜਿੱਤਿਆ। ਵਾਰ ਵਿਦ ਸੈਨੈਕਟਰ, ਉਹ ਕੌਣ ਸੀ? ਮਹਾਨ ਸੈਨਾਪਤੀ ਸੀ ਸਿਕੰਦਰ ਦਾ। ਐਕਸਟੈਂਟ ਆਫ ਇੰਪਾਇਰ, ਸਮਰਾਜ ਦਾ ਵਿਸਥਾਰ ਕੀਤਾ, ਕਾਫੀ ਸਾਰੀਆਂ ਲੜਾਈਆਂ ਲੜ ਕੇ, ਕਾਫੀ ਸਾਰੇ ਏਰੀਆਜ਼ ਆਪਣੇ ਅੰਡਰ ਕਰਕੇ
ਉਹਨੇ ਆਪਣੇ ਇੰਪਾਇਰ ਦਾ ਵਿਸਥਾਰ ਕੀਤਾ ਐਟ ਹਿਜ਼ ਲਾਸਟ ਸਟੇਜ ਆਫ ਲਾਈਫ। ਜਦੋਂ ਉਸਦੇ ਜੀਵਨ ਦਾ ਅੰਤ ਆ ਗਿਆ, ਉਸਨੇ ਜੈਨ ਮਤ ਨੂੰ ਅਪਣਾਇਆ। ਰਾਜ ਕਰਨ ਤੋਂ ਬਾਅਦ ਉਹ ਆਪਣੇ ਗੁਰੂ ਦੇ ਨਾਲ, ਜੋ ਕਿ ਬਦਰ ਬਹੂ ਉਹਨਾਂ ਦੇ ਗੁਰੂ ਦਾ ਨੇਮ ਸੀ, ਉਹ ਆਪਣੇ ਗੁਰੂ ਦੇ ਨਾਲ ਮੈਸੂਰ ਚਲੇ ਗਏ ਤੇ ਉੱਥੇ ਬੈਲਗੋਲਾ ਨਾਮ ਦੇ ਇੱਕ ਸਥਾਨ ਦੇ ਉੱਤੇ 298 BC ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਡੈਥ ਹੋਣ ਤੋਂ ਬਾਅਦ ਮੌਰੀਆ ਡਾਇਨੈਸਟੀ ਦੇ ਸਕਸੈਸਰ ਬਣਦੇ ਨੇ ਬਿੰਦੂਸਾਰ, ਜੋ ਕਿ ਚੰਦਰਗੁਪਤ ਮੌਰੀਆ ਦੇ ਪੁੱਤਰ ਸੀ। Chandragupt's son and successor was Bindusar, ठीक है। Some scholars believe that the Deccan was added to the Mauryan Empire during Bindusar। ਕੁਝ ਵਿਦਵਾਨਾਂ ਦਾ ਇਹ ਮੰਨਣਾ ਹੈ ਵੀ ਜੋ ਭਾਰਤ ਦਾ ਦੱਖਣੀ ਏਰੀਆ ਸੀ ਉਹ ਬਿੰਦੂਸਾਰ ਨੇ ਆਪਣੇ ਇੰਪਾਇਰ ਦੇ ਵਿੱਚ ਐਡ ਕੀਤਾ ਸੀ। ਇਹਨਾਂ ਦੇ ਬਾਰੇ ਕੋਈ ਡੈਫੀਨਿਟ ਨੌਲੇਜ ਜਾਂ ਇਨਫੋਰਮੇਸ਼ਨ ਹਿਸਟਰੀ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਹੈਗੀ। ਕਿਸੇ ਦੇ ਵੀ ਵਿਊਜ਼ ਨੇ ਜਿਹੜੇ ਉਹ ਡੈਫੀਨਿਟ ਨਹੀਂ ਹੈਗੇ। ਸੋ ਹਰੇਕ ਸਕਾਲਰ ਦੇ ਆਪਣੇ ਅਲੱਗ-ਅਲੱਗ ਵਿਊਜ਼ ਨੇ। ਉਵੇਂ ਹੀ ਉਹਨਾਂ ਵਿੱਚੋਂ ਇੱਕ ਹੈ ਵੀ ਬਿੰਦੂਸਾਰ ਨੇ ਜੋ ਡੈਕੇਨ ਦਾ ਏਰੀਆ ਸੀ ਉਹ ਆਪ ਅੰਡਰ ਲਿਆ ਸੀ ਮੌਰੀਅਨ ਇੰਪਾਇਰ ਦੇ, ਪਰ ਕੁਝ ਮੰਨਦੇ ਨੇ ਵੀ ਉਹ ਚੰਦਰਗੁਪਤ ਮੌਰੀਆ ਦੇ ਵੱਲੋਂ ਪਹਿਲਾਂ ਤੋਂ ਹੀ ਐਡ ਸੀ। Another event at the time of Bindusar was the revolt that broke out at Takshila। ਤਕਸ਼ਸ਼ੀਲਾ ਦੇ ਵਿੱਚ ਮੌਰੀਆ ਸਾਮਰਾਜ ਦੇ ਵਿਰੁੱਧ ਲੋਕਾਂ ਵੱਲੋਂ ਵਿਦਰੋਹ ਕੀਤਾ ਗਿਆ ਸੀ, ਜਿਸ ਦੇ ਕਰਕੇ ਇਹਨੂੰ ਰੋਕਣ ਦੇ ਲਈ ਬਿੰਦੂਸਾਰ ਭੇਜਦੇ ਨੇ ਅਸ਼ੋਕ ਨੂੰ, ਠੀਕ ਹੈ। ਤੇ ਅਸ਼ੋਕ ਬੜੀ ਬਹਾਦਰੀ ਦੇ ਨਾਲ ਸਕਸੈਸਫੁਲ ਹੁੰਦੇ ਨੇ ਇਹ ਰਿਵੋਲਟ ਨੂੰ ਸ਼ਾਂਤ ਕਰਨ ਦੇ ਲਈ, ਠੀਕ ਹੈ। ਸੋ ਤਕਸ਼ਸ਼ੀਲਾ ਦੇ ਵਿੱਚ ਵਿਦਰੋਹ ਹੁੰਦਾ ਹੈ, ਬਿੰਦੂਸਾਰ ਭੇਜਦੇ ਨੇ ਅਸ਼ੋਕ ਨੂੰ ਤੇ ਉਹ ਸਕਸੈਸਫੁਲੀ ਇਹ ਰਿਵੋਲਟ ਨੂੰ ਸ਼ਾਂਤ ਕਰਾ ਦਿੰਦਾ ਹੈ। ਬਿੰਦੂਸਾਰ ਹੈ ਜਿਹੜਾ ਉਹ ਗ੍ਰੀਕ ਕਿੰਗਸ ਯਾਨੀ ਕਿ ਯੂਨਾਨੀਆਂ ਦੇ ਕਿੰਗਸ ਦੇ ਨਾਲ, ਜਿੱਥੋਂ ਸਿਕੰਦਰ ਆਇਆ ਸੀਗਾ, ਉਹਨਾਂ ਦੇ ਨਾਲ ਜਿਹੜੇ ਰਿਲੇਸ਼ਨਸ ਨੇ ਉਹ ਬਣਾਏ ਰੱਖਦਾ। 273 BC ਦੇ ਵਿੱਚ ਬਿੰਦੂਸਾਰ ਦੀ ਮੌਤ ਹੋ ਜਾਂਦੀ ਹੈ। ਉਸ ਦੀ ਮੌਤ ਹੋਣ ਤੋਂ ਬਾਅਦ ਉਹਦਾ ਪੁੱਤਰ ਅਸ਼ੋਕ ਬਣਦਾ ਹੈਗਾ ਮੌਰੀਆ ਡਾਇਨੈਸਟੀ ਦਾ ਅਗਲਾ ਰੂਲਰ। ਅਸ਼ੋਕ ਸੀ ਜਿਹੜਾ ਉਹ ਬਿੰਦੂਸਾਰ ਦਾ ਪੁੱਤਰ ਅਤੇ ਚੰਦਰਗੁਪਤ ਮੌਰੀਆ ਦਾ ਗ੍ਰੈਂਡਸਨ ਸੀ, ਜੀ ਇੰਡੀਆ ਦੇ ਗ੍ਰੇਟੈਸਟ ਰੂਲਰ ਦੇ ਵਿੱਚੋਂ ਉਹ ਮੰਨਿਆ ਜਾਂਦਾ ਸੀ। ਹੀ ਅਪੁਆਇੰਟਡ ਐਜ਼ ਦ ਗਵਰਨਰ ਆਫ ਉਜੈਨ ਇਨ ਦ ਏਜ ਆਫ 18। ਉਹਨੂੰ ਉਜੈਨ ਦਾ ਗਵਰਨਰ ਬਣਾਇਆ ਗਿਆ ਜਦੋਂ ਉਹ 18 ਸਾਲ ਦੀ ਉਮਰ ਦਾ ਸੀ। ਕਲਿੰਗਾ ਵਾਰ, ਕਲਿੰਗ ਯੁੱਧ ਲੜਿਆ ਸੀ ਅਸ਼ੋਕ ਨੇ। ਅਸ਼ੋਕ ਜਦੋਂ ਥਰੋਨ ਤੇ ਗੱਦੀ ਤੇ ਬੈਠਾ ਸੀ, ਉਸ ਨੂੰ ਵਿਰਾਸਤ ਦੇ ਵਿੱਚ ਹੀ ਇੱਕ ਵਿਸ਼ਾਲ ਸਾਮਰਾਜ ਮਿਲਿਆ ਸੀ, ਠੀਕ ਹੈ। ਸਾਊਥ ਦੇ ਵਿੱਚ ਸਿਰਫ ਕਲਿੰਗਾ ਹੀ ਇੱਕ ਸ਼ਕਤੀਸ਼ਾਲੀ ਟੈਰੀਟਰੀ ਸੀ ਜਿਹੜੀ ਬਾਕੀ ਬਚੀ ਸੀ ਉਹਨਾਂ ਦੇ ਸਾਮਰਾਜ ਦੇ ਵਿੱਚ ਐਡ ਹੋਣ ਤੋਂ। ਤੇ ਕਲਿੰਗਾ ਦੀ ਜੇ ਗੱਲ ਕਰੀਏ, ਪ੍ਰੈਜ਼ੈਂਟ ਸਟੇਟ ਹੈਗੀ ਹੈ ਇਹ ਉੜੀਸਾ। ਅੱਜ ਦੇ ਟਾਈਮ ਦੇ ਵਿੱਚ ਇਹਨੂੰ ਉੜੀਸਾ ਕਿਹਾ ਜਾਂਦਾ ਹੈਗਾ। ਬਸ ਇਹ ਜਿੱਤਣੀ ਬਾਕੀ ਸੀ। ਅਸ਼ੋਕਾ ਇਨਵੇਡਡ ਦ ਕਲਿੰਗਾ ਰੀਜਨ। ਆਪਣੇ ਰਾਜ ਨੂੰ ਹੋਰ ਐਕਸਟੈਂਡ ਕਰਨ ਦੇ ਲਈ ਉਹ ਕਲਿੰਗ ਦੇ ਉੱਤੇ ਹਮਲਾ ਕਰਦਾ, ਇਨਵੇਡ ਕਰਦਾ ਤੇ ਆਪਣੇ ਇੰਪਾਇਰ ਨੂੰ ਹੋਰ ਸਟਰੋਂਗ ਕਰਦਾ ਹੈ। ਤੋਂ 261 BC ਦੇ ਵਿੱਚ ਅਟੈਕ ਕਰਦਾ ਹੈ। ਮੰਨਿਆ ਜਾਂਦਾ ਵੀ ਜਿਹੜੀ ਇਹ ਕਲਿੰਗ ਵਾਰ ਸੀ ਉਹ ਬਹੁਤ ਹੀ ਟੈਰੀਬਲ, ਭਿਆਨਕ ਸੀ। ਬਹੁਤ ਸਾਰੇ ਲੋਕ ਇਹਦੇ ਵਿੱਚ ਮਾਰੇ ਗਏ ਸੀ। ਕੌਨਸੀਕੁਐਂਸਿਸ ਆਫ ਕਲਿੰਗਾ ਵਾਰ। ਕਲਿੰਗ ਯੁੱਧ ਦੇ ਸਿੱਟੇ ਕੀ ਨਿਕਲੇ? ਅਸ਼ੋਕ ਨੇ ਬੁੱਧਿਜ਼ਮ ਨੂੰ ਅਪਣਾਇਆ, ਕਿਉਂਕਿ ਜਿਹੜਾ ਅਸ਼ੋਕ ਸੀ ਉਸਨੇ ਜਦੋਂ ਦੇਖਿਆ ਵੀ ਲੜਾਈ ਦੇ ਵਿੱਚ ਇੰਨਾ ਨੁਕਸਾਨ ਹੋ ਚੁੱਕਿਆ, ਉਸਨੇ ਇੱਕ ਬਹੁਤ ਵੱਡਾ ਪਾਪ ਕੀਤਾ ਹੈਗਾ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਮਾਰ ਕੇ, ਤਾਂ ਉਹ ਹੁਣ ਰਿਲੀਜੀਅਸ ਥਿਊਰੀ ਨੂੰ ਅਪਣਾਉਂਦਾ, ਬੁੱਧ ਮਤ ਨੂੰ ਅਪਣਾਉਂਦਾ। ਉਸ ਦੀ ਪਰਸਨਲ ਲਾਈਫ ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ। ਉਸ ਨੂੰ ਫੀਲ ਹੁੰਦਾ ਵੀ ਉਸਨੇ ਬਹੁਤ ਵੱਡੀ ਗਲਤੀ ਕੀਤੀ ਹੈ ਇੰਨੇ ਸਾਰੇ ਬੇਕਸੂਰ ਲੋਕਾਂ ਨੂੰ ਮਾਰ ਕੇ। ਇਸਟੈਬਲਿਸ਼ਮੈਂਟ ਆਫ ਧੰਮ, ਉਹ ਕਾਫੀ ਸਾਰੇ ਧੰਮ ਦੀ ਸਥਾਪਨਾ ਕਰਦਾ ਜਿਸ ਦੇ ਵਿੱਚ ਉਹ ਸੋਸਾਇਟੀ ਨੂੰ ਇੱਕ ਮੈਸੇਜ ਦਿੰਦਾ ਹੈਗਾ। ਪਬਲਿਕ ਵੈਲਫੇਅਰ, ਲੋਕਾਂ ਦਾ ਕਲਿਆਣ ਸੋਚਦਾ ਹੁਣ ਉਹ। ਮਿਲਟਰੀ ਇਨਐਫੀਸ਼ੀਐਂਸੀ, ਸੈਨਿਕ ਅਯੋਗਤਾ, ਜੋ ਉਹਦੀ ਮਿਲਟਰੀ ਪਾਵਰ ਹੈ ਉਹ ਇਹ ਵਾਰ ਤੋਂ ਬਾਅਦ ਘਟਾ ਦਿੰਦਾ ਹੈਗਾ, ਕਿਉਂਕਿ ਉਹ ਹੁਣ ਕਿਸੇ ਦੇ ਨਾਲ ਵੀ ਲੜਨਾ ਨਹੀਂ ਸੀ ਚਾਹੁੰਦਾ, ਕਿਸੇ ਨੂੰ ਵੀ ਨੁਕਸਾਨ ਦੇਣਾ ਨਹੀਂ ਸੀ ਚਾਹੁੰਦਾ। ਐਕਸਟੈਂਟ ਆਫ ਇੰਪਾਇਰ, ਇਹ ਤਾਂ ਆਬਵੀਅਸ ਸੀਗਾ ਵੀ ਕਲਿੰਗ ਵਾਰ ਦੇ ਨਾਲ, ਕਲਿੰਗ ਵਾਰ ਦੀ ਜਿੱਤ ਤੋਂ ਬਾਅਦ ਜੋ ਉਹਦਾ ਇੰਪਾਇਰ ਸੀ ਉਹਦੇ ਵਿੱਚ ਵਾਧਾ ਹੋਇਆ, ਠੀਕ ਹੈ। ਜੋ ਮੇਨ ਏਰੀਆ ਸੀ ਇੰਡੀਆ ਦੇ ਹੁਣ ਉਹਦੇ ਇੰਪਾਇਰ ਦੇ ਵਿੱਚ ਐਡ ਹੋ ਚੁੱਕੇ ਸੀ। ਹਿਮਾਲਾ ਪਰਬਤ ਤੋਂ ਲੈ ਕੇ ਦੱਖਣ ਵਿੱਚ ਮੈਸੂਰ ਤੱਕ, ਪੂਰਬ ਵਿੱਚ ਬੰਗਾਲ ਤੋਂ ਲੈ ਕੇ ਪੱਛਮ ਵਿੱਚ ਅਰਬ ਸਾਗਰ ਅਤੇ ਉੱਤਰ ਪੱਛਮ ਵਿੱਚ ਹਿੰਦੂ ਕੁਸ਼ ਪਰਬਤ ਤੱਕ
फैल गया सी। ठीक है, मतलब ये इन्ना ਉਹਦਾ एक्सटेंशन ਉਹਦੇ इंपायर ਦੀ हो चुकी सी। अशोक स्तंभ प्रिंसीपल जो भी ਉਹਨੇ ਧੰਮ ਬਣਾਏ ਸੀ ਉਹਨਾਂ ਦਾ ਮੁੱਖ ਸਿਧਾਂਤ ਕੀ ਸੀ? ਵੱਡਿਆਂ ਦਾ ਸਤਿਕਾਰ ਕਰਨਾ, ਐਲਡਰਸ ਦੀ ਰਿਸਪੈਕਟ ਕਰਨਾ, ਛੋਟਿਆਂ ਨਾਲ ਪਿਆਰ ਕਰਨਾ, ਹਮੇਸ਼ਾ ਲਾਈਫ ਦੇ ਵਿੱਚ ਸੱਚ ਬੋਲਣਾ, ਅਹਿੰਸਾ ਨਾ ਕਰਨੀ, ਸੱਚੇ ਰੀਤੀ ਰਿਵਾਜ ਨੂੰ ਮੰਨਣਾ, ਕਿਸੇ ਵੀ ਅੰਧ ਵਿਸ਼ਵਾਸ ਨੂੰ ਫੋਲੋ ਨਾ ਕਰਨਾ, ਕਰਮ ਥਿਊਰੀ ਨੂੰ ਅਪਣਾਉਣਾ ਜਿਵੇਂ ਕਿ ਲਾਰਡ ਬੁੱਧਾ ਦੀ ਟੀਚਿੰਗ ਸੀ, ਪੋਲਿਸੀ ਆਫ ਪੀਸ ਸ਼ਾਂਤੀ ਦੀ ਨੀਤੀ ਨੂੰ ਅਪਣਾਉਣਾ, ਜਿਵੇਂ ਕਿ ਉਹ ਕਲਿੰਗ ਵਾਰ ਤੋਂ ਬਾਅਦ ਕਿਸੇ ਦੇ ਨਾਲ ਵੀ ਲੜਨਾ ਨਹੀਂ ਸੀ ਚਾਹੁੰਦਾ, ਉਹਨੇ ਆਪਣੀ ਮਿਲਟਰੀ ਪਾਵਰ ਵੀ ਘਟਾਤੀ ਸੀ, ਤਾਂ ਉਹਦਾ ਹੁਣ ਮੇਨ ਜਿਹੜਾ ਏਮ ਸੀ ਉਹ ਸਿਰਫ ਪੀਸ ਬਣ ਚੁੱਕਿਆ ਸੀ, ਦੁਨੀਆ ਦੇ ਵਿੱਚ ਸ਼ਾਂਤੀ ਰੱਖਣੀ ਹੀ ਉਹਦਾ ਏਮ ਬਣ ਚੁੱਕਿਆ ਸੀ। ਅਸ਼ੋਕਾ ਦੀ ਕੀ ਪਲੇਸ ਹੈ ਹਿਸਟਰੀ ਦੇ ਵਿੱਚ, ਉਹਦਾ ਕੀ ਸਥਾਨ ਹੈ? ਵਾਸਟ ਇੰਪਾਇਰ, ਵਿਸ਼ਾਲ ਸਮਰਾਜ ਬਣਾਇਆ ਉਹਨੇ, ਇੱਕ ਗੁੱਡ ਐਡਮਿਨਿਸਟ੍ਰੇਸ਼ਨ, ਚੰਗੇ ਰਾਜ ਪ੍ਰਬੰਧ ਸੀ, ਬੁੱਧਿਜ਼ਮ ਦਾ ਪ੍ਰਸਾਰ ਕੀਤਾ ਉਸਨੇ, ਪ੍ਰੋਗਰੈਸ ਇਨ ਫੀਲਡ ਆਫ ਆਰਟ, ਕਲਾ ਦੇ ਖੇਤਰ ਵਿੱਚ ਬਹੁਤ ਹੀ ਜ਼ਿਆਦਾ ਉન્નਤੀ ਹੋਈ, ਉਹਨੇ ਕਾਫੀ ਸਾਰੀਆਂ ਇਨਸਕ੍ਰਿਪਸ਼ਨਸ ਬਣਾਈਆਂ ਜਿਵੇਂ ਕਿ ਸਾਰਨਾਥ ਸਤੰਭ ਹੋ ਗਿਆ, ਸਾਂਚੀ ਸਤੂਪ ਹੋ ਗਿਆ। ਉਹਨੇ ਇੰਡੀਆ ਦੇ ਵਿੱਚ ਕਾਫੀ ਸਾਰਾ ਜਿਹੜਾ ਆਰਟ ਐਂਡ ਆਰਕੀਟੈਕਚਰ ਦਾ ਕੰਮ ਕਰਵਾਇਆ ਜਿਹਦੇ ਵਿੱਚ ਉਹ ਪੋਜ਼ਿਟਿਵ ਮੈਸੇਜ ਹੀ ਦਿੰਦਾ ਸੀਗਾ ਸੋਸਾਇਟੀ ਨੂੰ। ਡਿਵੈਲਪਮੈਂਟ ਇਨ ਐਜੂਕੇਸ਼ਨ ਐਂਡ ਲਿਟਰੇਚਰ, ਜੋ ਵੀ ਉਹਦੇ ਜੋ ਸਤੂਪ ਸੀ, ਉਹਦੇ ਸਤੰਭ ਸੀ, ਉੱਤੇ ਉਹ ਕੁਛ ਨਾ ਕੁਛ ਲਿਖਵਾਉਂਦਾ ਸੀ। ਉਹ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਉਸ ਟਾਈਮ ਦੇ ਲੋਕ ਬਹੁਤ ਐਜੂਕੇਟਡ ਸੀ, ਮਤਲਬ ਕਿ ਅਸ਼ੋਕ ਨੇ ਆਪਣੇ ਰਾਜ ਦੇ ਵਿੱਚ ਸਕੂਲਸ ਦਾ ਐਜੂਕੇਸ਼ਨ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਤੇ ਉਹ ਫੋਰਨ ਕੰਟਰੀਜ਼ ਦੇ ਨਾਲ ਫਰੈਂਡਲੀ ਰਿਲੇਸ਼ਨ ਹੀ ਰੱਖਦਾ ਸੀ, ਕੋਈ ਵੀ ਵਾਰ ਨਾ ਹੋਵੇ, ਸਮਾਜ ਦੇ ਵਿੱਚ ਅਸ਼ਾਂਤੀ ਨਾ ਫੈਲੇ। ਲਿਟਰੇਚਰ ਸੀ ਜਿਹੜਾ ਸਾਹਿਤ ਸੀ ਉਹ ਪ੍ਰਾਕ੍ਰਿਤ ਲੈਂਗੁਏਜ ਦੇ ਵਿੱਚ ਸੀ, ਜਿਵੇਂ ਕਿ ਜੋ ਅਸ਼ੋਕ ਸੀ ਉਹ ਬੁੱਧ ਮਤ ਨੂੰ ਅਪਣਾ ਚੁੱਕਿਆ ਸੀ ਤੇ ਬੁੱਧ ਮਤ ਦੀ ਹੀ ਲੈਂਗੁਏਜ ਸੀ। ਤਕਸ਼ਸ਼ੀਲਾ ਐਂਡ ਬਨਾਰਸ ਗ੍ਰੇਟ ਸਕੂਲਸ ਹੁੰਦੇ ਸੀ ਉਸ ਟਾਈਮ ਤੇ। ਸਾਂਚੀ ਸਤੂਪ ਤੇ ਸਾਰਨਾਥ ਸਤੂਪ ਵਰ ਫੇਮਸ ਇਨਸਕ੍ਰਿਪਸ਼ਨਸ, ਇਹ ਪ੍ਰਮੁੱਖ ਸ਼ਿਲਪ ਕਲਾ ਸੀ ਉਸ ਦੀਆਂ। ਕਿਹੜੇ ਸੋਰਸਿਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਮੌਰੀਅਨ ਡਾਇਨੈਸਟੀ ਬਾਰੇ? ਅਰਥ ਸ਼ਾਸਤਰ ਜੋ ਕਿ ਕੌਟਲਿਆ ਵੱਲੋਂ ਲਿਖੀ ਗਈ ਸੀ, ਇੰਡਿਕਾ ਮੈਕਸਥਨੀਸ ਵੱਲੋਂ ਜੋ ਕਿ ਇੱਕ ਗ੍ਰੀਕ ਟਰੈਵਲਰ ਸੀਗਾ। ਫਿਰ ਇਹ ਮੌਰੀਆ ਦਾ ਡਾਊਨਫਾਲ ਕਿਵੇਂ ਹੋਇਆ? ਵੀਕ ਸਕਸੈਸਰਸ ਆਫ ਅਸ਼ੋਕਾ, ਅਸ਼ੋਕ ਦੇ ਜੋ ਵੀ ਅੱਗੇ ਉੱਤਰ ਅਧਿਕਾਰੀ ਸੀ ਉਹ ਬਹੁਤ ਹੀ ਕਮਜ਼ੋਰ ਸੀ, ਉਹ ਰਾਜ ਵੱਲ ਇੰਨਾ ਧਿਆਨ ਨਹੀਂ ਸੀ ਦਿੰਦੇ। ਨੋ ਲਾਅ ਆਫ ਸਕਸੈਸ਼ਨ, ਵਿਰਾਸਤ ਦੇ ਕਾਨੂੰਨ ਦੀ ਅਣਹੋਂਦ, ਕੋਈ ਵੀ ਕਾਨੂੰਨ ਨੂੰ ਫੋਲੋ ਨਹੀਂ ਸੀ ਕੀਤਾ ਜਾਂਦਾ। ਐਕਸਟੈਂਸਿਵ ਕਿੰਗਡਮ, ਸਮਰਾਜ ਬਹੁਤ ਵੱਡਾ ਸੀ ਪਰ ਉਹਨੂੰ ਚਲਾਉਣ ਵਾਲਾ ਕੋਈ ਇਹੋ ਜਿਹਾ ਕੈਪੇਬਲ ਰੂਲਰ ਨਹੀਂ ਹੋਇਆ ਅਸ਼ੋਕ ਤੋਂ ਬਾਅਦ। ਰਿਪਰੈਸ਼ਨ ਆਫ ਆਫੀਸ਼ੀਅਲਸ, ਕਰਮਚਾਰੀਆਂ ਦੇ ਅਤਿਆਚਾਰ, ਉਹਨਾਂ ਉੱਤੇ ਅਤਿਆਚਾਰ ਹੁੰਦਾ ਸੀਗਾ। ਡਿਵੀਜ਼ਨ ਆਫ ਇੰਪਾਇਰ, ਸਮਰਾਜ ਦੀ ਵੰਡ ਹੋ ਚੁੱਕੀ ਸੀ। ਫਾਈਨੈਂਸ਼ੀਅਲ ਕ੍ਰਾਈਸਿਸ, ਆਰਥਿਕ ਸੰਕਟ ਵੀ ਆਏ। ਫੋਰਨ ਇਨਵੈਂਸ਼ਨ, ਵਿਦੇਸ਼ੀ ਹਮਲੇ ਵੀ ਹੋਏ। ਹੁਣ ਮਿਲਟਰੀ ਪਾਵਰ ਤਾਂ ਅਸ਼ੋਕਾ ਨੇ ਘਟਾ ਹੀ ਦਿੱਤੀ ਸੀ, ਇਸ ਕਰਕੇ ਉਹ ਕਾਫੀ ਸਾਰੇ ਜੋ ਵੀ ਇਨਵੈਂਸ਼ਨਸ ਹੋਏ ਉਹਨਾਂ ਤੋਂ ਹਾਰ ਚੁੱਕੇ ਸੀ ਬਿਕੋਜ਼ ਆਫ ਡਿਕਰੀਜ਼ ਇਨ ਮਿਲਟਰੀ ਪਾਵਰ ਬਾਈ ਦ ਅਸ਼ੋਕ। ਇਸ ਕਰਕੇ ਜੋ ਬ੍ਰਿਹਦਰਥਾ ਸੀ, ਬ੍ਰਿਹਦਰਥਾ ਆਖਰੀ ਸ਼ਾਸਕ ਸੀ, ਲਾਸਟ ਰੂਲਰ ਸੀ। ਪੁਸ਼ਯਮਿੱਤਰ ਨੇ ਬ੍ਰਿਹਦਰਥਾ ਨੂੰ ਮਾਰ ਕੇ ਮੌਰੀਅਨ ਇੰਪਾਇਰ ਦਾ ਐਂਡ ਕੀਤਾ ਤੇ ਉਹ ਅੱਗੇ ਸ਼ੁੰਗ ਡਾਇਨੈਸਟੀ ਨੂੰ ਇਸਟੈਬਲਿਸ਼ ਕਰਦਾ ਹੈ। ਤਾਂ ਇੱਥੇ ਅੰਤ ਹੁੰਦਾ ਹੈਗਾ ਮੌਰੀਆ ਵੰਸ਼ ਦਾ, ਸ਼ੁਰੂਆਤ ਹੁੰਦੀ ਹੈ ਸ਼ੁੰਗ ਡਾਇਨੈਸਟੀ ਦੀ। ਸੋ ਇਹ ਸੀ ਹਿਸਟਰੀ ਮੌਰੀਆ ਡਾਇਨੈਸਟੀ ਦੀ ਜੋ ਕਿ ਫਾਊਂਡਡ ਕੀਤੀ ਗਈ ਸੀ ਚੰਦਰਗੁਪਤ ਮੌਰੀਆ ਦੇ ਵੱਲੋਂ। ਅੱਗੇ ਆਉਂਦੇ ਨੇ ਉਹਦੇ ਸਕਸੈਸਰ ਬਿੰਦੂਸਾਰ, ਉਸ ਤੋਂ ਬਾਅਦ ਆਉਂਦੇ ਨੇ ਅਸ਼ੋਕ। If you like my content and effort, please subscribe and like my channel. Thank you.